ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਨਹੀਂ ਚੁੱਗੇਗਾ ਚੋਗਾ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨਗੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੜੀ ਮਿਹਰਬਾਨੀ ਆਤਿਸ਼ ਤੁਹਾਡੀ। ਚਰਨਜੀਤ ਜੀ, ਅੱਜ ਦਿੱਲੀ ਵਿੱਚ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੀ ਕਿ ਬੇਸਿੱਟਾ ਰਹੀ ਹੈ। ਇਸ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਦੇ ਕੀ ਕਾਰਨ ਹੈ ਕਿ ਜਿਹੜੀ ਇਹ ਕੇਂਦਰ ਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ ਹੈ ਇਹ ਅੱਧ ਵਿਚਕਾਰ ਹੀ ਲਟਕ ਗਈ? ਆਤਿਸ਼, ਜੇ ਆਪਾਂ ਅੱਜ ਦਿੱਲੀ ਦੇ ਘਟਨਾਕ੍ਰਮ ਨੂੰ ਟੋਟੈਲਿਟੀ ਦੇ ਵਿੱਚ ਦੇਖੀਏ ਤਾਂ ਕੇਂਦਰ ਵੱਲੋਂ ਕਿਸਾਨ ਧਿਰਾਂ ਨੂੰ ਦੁਬਾਰਾ ਸੱਦਾ ਦੇਣਾ ਤੇ ਕਿਸਾਨਾਂ ਦਾ ਇੱਕ ਮੱਤ ਹੋ ਕੇ ਦਿੱਲੀ ਜਾਣਾ ਤੇ ਗੱਲਬਾਤ ਦੀ ਟੇਬਲ ਤੇ ਬੈਠਣਾ, ਔਰ ਜਿਹੜੇ ਐਗਰੀਕਲਚਰ ਸੈਕਟਰੀ ਨੇ ਸੰਜੇ ਅਗਰਵਾਲ, ਉਹਨਾਂ ਵੱਲੋਂ ਉਹੀ ਪੁਰਾਣਾ ਜਿਹੜਾ ਰਾਗ ਹੈ ਉਹੀ ਅਲਾਪਨਾ। ਤਾਂ ਇਹ ਸਾਰੇ ਘਟਨਾਕ੍ਰਮ 'ਚੋਂ ਇੱਕ ਗੱਲ ਬੜੀ ਸਾਫ਼ ਹੁੰਦੀ ਹੈ, ਸਾਫ਼ ਹੀ ਨਹੀਂ ਹੁੰਦੀ ਬਲਕਿ ਇੱਕ ਕੇਂਦਰ ਹੈ ਜਿਹੜਾ ਸੈਂਟਰ ਹੈ ਉਹ ਐਕਸਪੋਜ਼ ਹੁੰਦਾ ਇਹਦੇ ਵਿੱਚ। ਮੈਨੂੰ ਤਾਂ ਇਹ ਲੱਗਦਾ ਕਿ ਅਸਲ 'ਚ ਸੈਂਟਰ ਚਾਹੁੰਦਾ ਹੀ ਨਹੀਂ ਕਿਸਾਨਾਂ ਨਾਲ ਗੱਲਬਾਤ ਕਰਨੀ, ਕਿਉਂਕਿ ਪਹਿਲੇ ਪੜਾਅ ਦੇ ਵਿੱਚ ਜਿਹੜੀ ਲੈਟਰ ਭੇਜੀ ਗਈ ਉਹਦੇ ਵਿੱਚ ਸੈਂਟਰ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦੂਸਰੀ ਜਿਹੜੀ ਲੈਟਰ ਭੇਜੀ ਗਈ ਉਹਦੇ 'ਚ ਲਿਖਿਆ ਕਿ ਤੁਹਾਡੇ ਨਾਲ ਕੇਂਦਰ ਸਰਕਾਰ ਹੈ ਜਿਹੜੀ ਉਹ ਗੱਲਬਾਤ ਕਰਨਾ ਚਾਹੁੰਦੀ ਹੈ। ਅਸਲ 'ਚ ਸੈਂਟਰ ਕੀ ਚਾਹੁੰਦਾ ਸੀਗਾ? ਉਹ ਚਾਹੁੰਦਾ ਸੀ ਕਿ ਅਸੀਂ ਇੱਕ ਫਾਰਮੈਲਿਟੀ ਰਸਮੀ ਸੱਦਾ ਤਾਂ ਦਈਏ। ਉਹਨਾਂ ਨੂੰ ਇਹ ਲੱਗਦਾ ਸੀ ਕਿ ਕਿਸਾਨ ਇਸ ਨੂੰ ਠੁਕਰਾ ਦੇਣਗੇ, ਤਾਂ ਕਿਸਾਨਾਂ ਨੇ ਜਾਂ ਕਿਸਾਨ ਧਿਰਾਂ ਨੇ ਜਿਹੜੀ ਸੈਂਟਰ ਦੀ ਇਹ ਚਾਲ ਹੈ ਉਹਨੂੰ ਪਛਾੜਤਾ। ਤਾਂ ਉੱਥੇ ਅੱਜ ਜੋ ਵੀ ਹੋਇਆ ਹੁਣ ਤੱਕ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਵੀ ਕਾਫੀ ਕੁਝ ਸਾਹਮਣੇ ਆ ਚੁੱਕਾ ਹੈ। ਤਾਂ ਉੱਥੇ ਪਹਿਲੀ ਗੱਲ ਤਾਂ ਇਹ ਹੋਈ ਕਿ ਕਿਸਾਨਾਂ ਦੀਆਂ ਧਿਰਾਂ ਜਿਹੜੀਆਂ ਉਹਨਾਂ ਨੂੰ ਇਹ ਸੀਗਾ ਕਿ ਕੋਈ ਸੈਂਟਰ ਦਾ ਵਜ਼ੀਰ ਹੈ ਜਿਹੜਾ ਉਹ ਮੀਟਿੰਗ ਦੇ ਵਿੱਚ ਜ਼ਰੂਰ ਹਾਜ਼ਰ ਹੋਏਗਾ, ਕਿਉਂਕਿ ਉਹਦੇ ਵਿੱਚ ਇੱਕ ਵੇਰਵਾ ਪਾਇਆ ਗਿਆ ਸੀ ਸੈਂਟਰ ਗਵਰਨਮੈਂਟ ਗੱਲਬਾਤ ਕਰੇਗੀ। ਅਗਰ ਉੱਥੇ ਇਕੱਲੇ ਸੈਕਟਰੀ ਨੇ ਗੱਲਬਾਤ ਕਰਨੀ ਸੀ ਤਾਂ ਹੋ ਸਕਦਾ ਹੈ ਕਿਸਾਨ ਧਿਰਾਂ ਇਸ ਨੂੰ ਠੁਕਰਾ ਵੀ ਦਿੰਦੀਆਂ, ਪਰ ਸੈਂਟਰ ਦੀ ਇੱਕ ਚਾਲ ਸੀ ਕਿ ਉਸ ਨੂੰ ਬੜਾ ਸੰਖੇਪ ਦੇ ਵਿੱਚ ਰੱਖਿਆ ਗਿਆ ਸੀ ਲੈਟਰ ਨੂੰ, ਔਰ ਉਹਦੇ ਵਿੱਚ ਇਹ ਗੱਲ ਇੱਕ ਭਰਮ ਵਾਲੀ ਲਿਖੀ ਗਈ ਸੀ ਕਿ ਜਿਹਤੋਂ ਇੱਕ ਝੌਲਾ ਪੈਂਦਾ ਸੀ ਕਿਸਾਨਾਂ ਨੂੰ ਕਿ ਸ਼ਾਇਦ ਕੋਈ ਵਜ਼ੀਰ ਜ਼ਰੂਰ ਹੋਏਗਾ, ਘੱਟੋ ਘੱਟ ਐਗਰੀਕਲਚਰ ਮਿਨਿਸਟਰ, ਪਰ ਉਹਦੇ ਵਿੱਚ ਨਹੀਂ ਸੀ। ਤਾਂ ਤਕਰੀਬਨ 1.5 ਘੰਟਾ ਮੀਟਿੰਗ ਹੈ ਜਿਹੜੀ ਉਹ ਚੱਲਦੀ ਰਹੀ। ਪਹਿਲੀ ਪੜਾਅ 'ਤੇ ਜਿਹੜੇ ਸਾਡੇ ਸੈਕਟਰੀ ਨੇ ਐਗਰੀਕਲਚਰ ਦੇ ਸੰਜੇ ਅਗਰਵਾਲ, ਉਹਨਾਂ ਨੇ ਆਪਣੇ ਉਹੀ ਪੁਰਾਣਾ ਜਿਹੜਾ ਸਟਾਈਲ ਸੀ ਕਿ ਗਵਰਨਮੈਂਟ ਜਿਹੜਾ ਸਟੈਂਡ ਲੈ ਰਹੀ ਹੈ ਕਿ ਜੀ ਇਹ ਜਿਹੜੇ ਬਿੱਲ ਹੈ ਉਹਨਾਂ ਨੂੰ ਜਾਇਜ਼ ਠਹਿਰਾਉਣਾ ਸ਼ੁਰੂ ਕਰ ਦਿੱਤਾ। ਤਾਂ ਉੱਥੇ ਥੋੜ੍ਹੀ ਜਿਹੀ ਤਲਖੀ ਹੋਈ ਕਿਸਾਨ ਧਿਰਾਂ ਦੀ। ਉਹਨਾਂ ਨੇ ਕਿਹਾ ਕਿ ਇਹ ਅਸੀਂ ਸੁਣਨ ਨਹੀਂ ਆਏ, ਅਸੀਂ ਆਪਣੀ ਗੱਲ ਦੱਸਣ ਆਏ ਹਾਂ। ਤੇ ਜਦੋਂ ਲੱਗਿਆ ਕਿ ਕੋਈ ਸੈਂਟਰ ਵਜ਼ੀਰ ਨਹੀਂ ਆਏ, ਔਰ ਮੀਨ ਟਾਈਮ ਕੀ ਹੋਇਆ ਕਿ ਸੈਂਟਰ ਨੇ ਆਪਣੇ ਜਿਹੜੇ 8 ਵਜ਼ੀਰ ਹੈ ਭਾਜਪਾ ਦੇ ਉਹਨਾਂ ਨੂੰ ਡਿਪਿਊਟ ਕਰਤਾ ਪੰਜਾਬ ਲਈ ਕਿ ਉਹ 13 ਤੋਂ ਲੈ ਕੇ 20 ਅਕਤੂਬਰ ਤੱਕ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿਸਾਨੀ ਨੂੰ ਕਨਵਿੰਸ ਕਰਾਉਣਗੇ ਕਿ ਇਹ ਜਿਹੜੇ ਖੇਤੀ ਨਵੇਂ ਕਾਨੂੰਨ ਬਣੇ ਨੇ ਕਿ ਤੁਹਾਡੇ ਖੇਤਾਂ ਦੀ ਪਹਿਰੇਦਾਰੀ ਕਰਨਗੇ ਔਰ ਕਿਸਾਨੀ ਨੂੰ ਉੱਚਾ ਚੱਕਣਗੇ। ਤਾਂ ਇਸ ਗੱਲ ਦੀ ਜਦੋਂ ਭਾਫ ਭਿਣਕ ਪਈ ਕਿਸਾਨਾਂ ਨੂੰ, ਔਰ ਉਸ ਤੋਂ ਪਹਿਲਾਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈ ਉਹ ਤਾਂ ਹਜੇ ਕੱਲ੍ਹ ਹੀ ਕਹਿ ਕੇ ਦੁਬਾਰਾ ਫਿਰ ਉਹਨਾਂ ਨੇ ਰਿਪੀਟ ਕੀਤਾ ਕਿ ਜਿਹੜੇ ਖੇਤੀ ਕਾਨੂੰਨ ਹੈ ਇਹ ਹਿਸਟੋਰਿਕ ਨੇ। ਤਾਂ ਇਹ ਸਾਰੀਆਂ ਗੱਲਾਂ ਜੁੜਦੀਆਂ ਗਈਆਂ। ਤਾਂ ਉੱਥੇ ਇੱਕ ਰੰਜ ਜ਼ਾਹਰ ਕੀਤਾ ਕਿਸਾਨ ਧਿਰਾਂ ਨੇ, ਕਿਸਾਨ ਆਗੂਆਂ ਨੇ, ਕਿ ਅਗਰ ਜੇ ਇਹਦੇ ਵਿੱਚ ਕੋਈ ਵਜ਼ੀਰ ਹੀ ਨਹੀਂ ਸੀ ਹੋਣਾ, ਕੋਈ ਪੋਲੀਟੀਕਲ ਬਿਊਰੋਕ੍ਰੇਸੀ ਹੀ ਨਹੀਂ ਸੀ ਹੋਣੀ, ਤਾਂ ਸਾਨੂੰ ਕਿਸ ਲਈ ਬੁਲਾਇਆ? ਤਾਂ ਉੱਥੇ ਜਿਹੜੀ ਗੱਲਬਾਤ ਹੈ ਇਹ ਟੁੱਟ ਗਈ ਹੈਗੀ ਹੈ। ਅਤੇ ਕਿਸਾਨ ਉਸ ਤੋਂ ਬਾਅਦ ਜਿਹੜੇ 29 ਧਿਰਾਂ ਗਈਆਂ ਸੀ ਉਹਨਾਂ ਦੇ ਜਿਹੜੇ 7 ਨੁਮਾਇੰਦੇ ਗਏ ਸੀ ਮੀਟਿੰਗ ਦੇ ਵਿੱਚ ਹਾਜ਼ਰ ਸੀ, ਤਾਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਤਾਂ ਜਿਹੜਾ ਵਿਵਹਾਰ ਹੈ ਇਹਨਾਂ ਦਾ ਉਹ 7 ਬਗਾਨਿਆਂ ਵਾਲਾ ਹੈਗਾ। ਤਾਂ ਉਹ ਮੀਟਿੰਗ ਦੇ ਵਿੱਚੋਂ ਬਾਹਰ ਆ ਗਏ। ਬਾਹਰ ਆ ਕੇ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਅਤੇ ਵਾਪਸ ਉਹਨਾਂ ਨੇ ਆ ਕੇ ਜਿਹੜਾ ਆਲਰੇਡੀ ਮੀਟਿੰਗ ਬੁਲਾਈ ਵੀ ਸੀ ਉਹਦੇ ਵਿੱਚੋਂ ਕੱਲ੍ਹ ਨੂੰ ਨਵਾਂ ਜਿਹੜਾ ਫੈਸਲਾ ਉਹਨਾਂ ਨੇ ਲੈਣਾ ਹੈ। ਮਤਲਬ ਕੁੱਲ ਮਿਲਾ ਕੇ ਜਿਹੜੀ ਮੀਟਿੰਗ ਹੈ ਇਹ ਬੇਸਿੱਟਾ ਨਿਕਲੀ ਹੈ, ਔਰ ਇਹਦੇ ਵਿੱਚ ਜਿਹੜਾ ਸੈਂਟਰ ਹੈ ਉਹਦਾ ਕੋਈ ਜਿਹੜਾ ਵਿਵਹਾਰ ਸੀ ਉਹ ਜ਼ਿੰਮੇਵਾਰੀ ਵਾਲਾ ਨਹੀਂ ਆਇਆ, ਔਰ ਉਹਨਾਂ ਦਾ ਰੌਂ ਹੈ ਜਿਹੜਾ ਉਹ ਤੋਂ ਸਾਫ਼ ਹੋਇਆ ਹੈ ਕਿ ਸੈਂਟਰ ਗੌਰਮੈਂਟ 1 ਇੰਚ ਵੀ ਖੇਤੀ ਕਾਨੂੰਨਾਂ ਤੋਂ ਪਿਛਾਂਹ ਨਹੀਂ ਹਟਣਾ ਚਾਹੁੰਦੀ। ਮਤਲਬ 1 ਇੰਚ ਕੀ ਕਿ ਗੱਲਬਾਤ ਹੀ ਨਹੀਂ ਕਰਨਾ ਚਾਹੁੰਦੀ। ਉਹ ਸਭ ਫਾਰਮੈਲਿਟੀ ਸੀ ਜਿਹਦੇ ਵਿੱਚ ਕਿਸਾਨ ਧਿਰਾਂ, ਚਾਹੇ ਕਿਸਾਨ ਅੰਦੋਲਨ ਹਜੇ ਚੱਲ ਰਿਹਾ ਹੈ, ਪਰ ਨੈਤਿਕ ਤੌਰ 'ਤੇ ਉਹਨਾਂ ਦੀ ਕਿਸਾਨ ਧਿਰਾਂ ਦੀ ਜਿੱਤ ਹੋਈ ਹੈ ਕਿ ਉਹ ਸੈਂਟਰ ਨੂੰ ਉੱਥੇ ਐਕਸਪੋਜ਼ ਕਰਕੇ ਆਈਆਂ ਕਿ ਸੈਂਟਰ ਸੱਚਮੁੱਚ ਕਿਸਾਨਾਂ ਨਾਲ ਕਿਸਾਨੀ ਦੇ ਮੁੱਦੇ ਨੂੰ ਹੱਲ ਕਰਨ ਦੇ ਲਈ ਜਿਹੜਾ ਚੱਲ ਰਿਹਾ ਉਹਦੇ ਪ੍ਰਤੀ ਸੁਹਿਰਦ ਨਹੀਂ। ਇਹ ਸੈਂਟਰ ਦਾ ਜਿਹੜੀ ਸਾਡੀਆਂ ਕਿਸਾਨਾਂ ਦੀ ਧਿਰਾਂ ਦਾ ਇੱਕ ਤਰ੍ਹਾਂ ਦਾ ਆਪਾਂ ਗੇਨ ਕਹਿ ਸਕਦੇ ਹਾਂ, ਔਰ ਸੈਂਟਰ ਦੀ ਜਿਹੜੀ ਚਾਲ ਸੀ ਉਹਦੇ ਵਿੱਚ ਸੈਂਟਰ ਗਵਰਨਮੈਂਟ ਹੈ ਜਿਹੜੀ ਪੂਰੀ ਤਰ੍ਹਾਂ ਨਾਕਾਮ ਹੋਈ ਹੈ।
ਹੁਣ ਆਤਿਸ਼ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਜਿਹੜੇ ਤਲਖੀ ਵਾਲੇ ਵੀ ਹੋ ਸਕਦੇ ਨੇ, ਔਰ ਪੰਜਾਬ ਲਈ ਇਹ ਪਰਖ ਦੀ ਘੜੀ ਹੋਏਗੀ ਇਹ ਦਿਨ ਹੈ ਜਿਹੜੇ, ਖਾਸ ਕਰਕੇ ਜਿੰਨਾ ਟਾਈਮ ਬਿਹਾਰ ਦੀਆਂ ਚੋਣਾਂ ਨੇ 10 ਨਵੰਬਰ ਤੱਕ, ਤਕਰੀਬਨ 25-26 ਦਿਨ 26-27 ਦਿਨ ਬਣ ਜਾਂਦੇ ਨੇ, ਉਨਾ ਟਾਈਮ ਤਾਂ ਹੋ ਸਕਦਾ ਕਿ ਸੈਂਟਰ ਕਿਸੇ ਕਿਸਮ ਦੀ ਕੋਈ ਸਖਤੀ ਵਾਲਾ ਰੌਂਆਂ ਜਾਂ ਪੈਂਤੜ ਹੈ ਉਹ ਨਹੀਂ ਦਿਖਾਏਗਾ। ਪਰ ਇਸ ਟਾਈਮ ਦੌਰਾਨ ਹੁਣ ਸੈਂਟਰ ਕਈ ਚੀਜ਼ਾਂ ਜਿਹੜੀਆਂ ਆਪਣੀਆਂ ਚਾਲਾਂ ਜਿਹੜੀਆਂ ਉਹ ਚੱਲੇਗਾ। ਉਹਦੇ ਵਿੱਚ ਇੱਕ ਤਾਂ ਇਹ ਕਿ ਆਲਰੇਡੀ ਜਿਹੜੇ ਵਜ਼ੀਰ ਉਹਨਾਂ ਨੇ ਆਪਣੇ ਪ੍ਰਚਾਰ 'ਤੇ ਲਾਏ ਹੋਏ ਨੇ, ਉਹ ਆਪਣਾ ਜਿਹੜਾ ਪ੍ਰਚਾਰ ਹੈ ਉਸ ਨੂੰ ਤੇਜ਼ ਕਰੇਗਾ ਸੈਂਟਰ ਗੌਰਮੈਂਟ ਹੈ ਜਿਹੜੀ, ਅਤੇ ਸੈਂਟਰ ਗੌਰਮੈਂਟ ਸੈਕਿੰਡ ਜਿਹੜਾ ਪੈਂਤੜਾ ਲੈ ਸਕਦੀ ਹੈ ਉਹ ਹੈ ਕਿ ਐਜੀਟੇਸ਼ਨ ਨੂੰ ਖੁੰਡਾ ਕਰੇਗੀ। ਐਜੀਟੇਸ਼ਨ ਦੇ ਵਿੱਚ ਜਾਂ ਉਹਨਾਂ ਦੀ ਕਿਸਾਨ ਲੀਡਰਸ਼ਿਪ ਦੇ ਵਿੱਚ ਕਿਸਾਨਾਂ ਦੇ ਮਨਾਂ ਦੇ ਵਿੱਚ ਕੋਈ ਤੌਖਲੇ ਪੈਦਾ ਕਰ ਸਕਦੀ ਹੈ ਕਿ ਜਿਸ ਤਰ੍ਹਾਂ ਆਮ ਤੌਰ 'ਤੇ ਹੁੰਦਾ ਹੈ, ਪਿਛਲੇ ਟਾਈਮਾਂ ਦੇ ਵਿੱਚ ਵੀ ਹੁੰਦਾ, ਜਦੋਂ ਅਕਾਲੀ ਗੌਰਮੈਂਟ ਸੀ ਉਦੋਂ ਵੀ ਹੁੰਦਾ ਸੀ ਕਿ ਜੀ ਇਹ ਕਿਸਾਨ ਨਹੀਂ, ਸੁਖਬੀਰ ਬਾਦਲ ਅਕਸਰ ਕਹਿੰਦੇ ਹੁੰਦੇ ਸੀ ਕਿ ਇਹ ਤਾਂ ਨਕਸਲੀ ਹੈ, ਅਤੇ ਹੁਣ ਵੀ ਕਈ ਲੀਡਰਾਂ ਨੇ ਇਸ ਕਿਸਮ ਦਾ ਪ੍ਰਭਾਵ ਦਿੱਤਾ ਹੈ। ਇਹੋ ਜਿਹੀਆਂ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਤੇਜ਼ ਹੋਣਗੀਆਂ। ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਹੜੇ ਤੁਹਾਡੇ ਆਗੂ ਹੈ ਉਹ ਅਸਲ 'ਚ ਉਹਨਾਂ ਦਾ ਕਿਸਾਨਾਂ ਪ੍ਰਤੀ ਕੋਈ ਹਿੱਤ ਨਹੀਂ ਹੈਗਾ, ਇੱਕ ਪਾੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸੈਕਿੰਡ ਇਹ ਹੋਏਗਾ ਕਿ ਜੀ ਜਿਸ ਤਰ੍ਹਾਂ ਯੂਥ ਵੱਡੀ ਪੱਧਰ 'ਤੇ ਇਸ ਮੁਹਿੰਮ ਦੇ ਵਿੱਚ ਕੁੱਦਿਆ ਹੋਇਆ ਹੈ, ਯੂਥ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੋਂ ਲੀਹੋ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਹੋ ਸਕਦਾ ਇਹਦੇ ਵਿੱਚ ਕੋਈ ਇਸ ਕਿਸਮ ਦੇ ਅਨਸਰ ਵੀ ਘੁਸਪੈਠ ਕਰ ਸਕਦੇ ਨੇ ਕਿ ਜਿਹਦੇ ਨਾਲ ਜਿਹੜੀ ਕਿਸਾਨਾਂ ਦਾ ਅੰਦੋਲਨ ਹੈ, ਕਿਸਾਨੀ ਦੀ ਲਹਿਰ ਹੈ, ਉਹ 'ਤੇ ਕੋਈ ਬਦਨਾਮੀ ਦਾ ਦਾਗ ਲੱਗੇ, ਬਦਨਾਮੀ ਦਾ ਟਿੱਕਾ ਲੱਗੇ। ਇਸ ਕਿਸਮ ਦਾ ਪੈਂਤੜਾ ਵੀ ਸੈਂਟਰ ਗੌਰਮੈਂਟ ਲੈ ਸਕਦੀ ਹੈ। ਤਾਂ ਇਹ 25-26 ਦਿਨ ਹੈਗੇ ਨੇ ਸੈਂਟਰ ਗੌਰਮੈਂਟ ਕੋਲ, ਔਰ ਸੈਂਟਰ ਨੂੰ ਇਸ ਗੱਲ ਦਾ ਵੀ ਪਤਾ ਕਿ ਪੰਜਾਬ ਨੂੰ ਦੂਸਰੀਆਂ ਸਟੇਟਾਂ ਨਾਲ ਜਿਹੜਾ ਮੇਚ ਕੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਸਾਡੇ ਲੋਕਾਂ ਦਾ ਸੁਭਾਅ ਵੀ ਇਸ ਕਿਸਮ ਦਾ ਹੈ, ਸਾਡਾ ਵਿਰਸਾ ਵੀ ਇਸ ਕਿਸਮ ਦਾ ਹੈ, ਸਾਡੀ ਹਿਸਟਰੀ, ਸਾਡਾ ਕਲਚਰ ਇਸ ਕਿਸਮ ਦਾ ਰਿਹਾ ਹੈਗਾ ਕਿ ਅਸੀਂ ਛੇਤੀ ਕਿਤੇ ਝੇਪਣ ਵਾਲੇ ਲੋਕ ਨਹੀਂ ਹੈਗੇ ਹਾਂ। ਅਤੇ ਇੱਕ ਸਾਡਾ ਬਾਰਡਰ ਸਟੇਟ ਹੈਗਾ, ਸੈਂਟਰ ਉਸ ਗੱਲ ਨੂੰ ਵੀ ਜਾਣਦਾ ਹੈ, ਔਰ ਵੱਡੀ ਪੱਧਰ 'ਤੇ ਸਾਡੇ ਜਿਹੜੇ ਜਵਾਨ ਹੈਗੇ ਨੇ ਉਹ ਆਰਮੀ ਦੇ ਵਿੱਚ ਵੀ ਹੈਗੇ ਨੇ। ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਸੈਂਟਰ ਛੇਤੀ ਕਿਤੇ ਹਜੇ ਨਹੀਂ ਖੋਲ੍ਹੇਗਾ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਸੈਂਟਰ ਇਹ ਵੀ ਪ੍ਰਭਾਵ ਦੇਗਾ ਕਿ ਸਾਡੀ ਗੱਲਬਾਤ ਦਾ ਜਿਹੜਾ ਦਰਵਾਜ਼ਾ ਹੈ ਜਾਂ ਬੂਹਾ ਹੈ ਉਹ ਹਜੇ ਖੁੱਲ੍ਹਾ ਹੈ, ਉਹ ਵੀ ਨਹੀਂ ਬੰਦ ਕਰੇਗਾ। ਕਿਉਂਕਿ ਕਦੇ ਵੀ ਜਿਹੜੇ ਸੰਘਰਸ਼ਾਂ ਦੇ ਵਿੱਚ ਨਾਰਮਲੀ ਕੀ ਹੁੰਦਾ ਹੈ ਆਤਿਸ਼, ਕਿ ਗੱਲਬਾਤ ਚੱਲਦੀ ਹੈ, ਟੇਬਲ ਟਾਕ ਹੁੰਦੀ ਹੈ, ਔਰ ਗੱਲਬਾਤ ਟੁੱਟਦੀ ਵੀ ਹੈ, ਔਰ ਗੱਲਬਾਤ ਸਿਰੇ ਵੀ ਲੱਗਦੀ ਹੈ, ਕਿ ਕੋਈ ਵੀ ਚੀਜ਼ ਅਸੀਂ ਅਲਟੀਮੇਟ ਨਹੀਂ ਕਹਿ ਸਕਦੇ ਕਿ ਅੱਜ ਹੀ ਇਸ ਗੱਲ ਦਾ ਜਿਹੜਾ ਹੈਗਾ ਭੋਗ ਪੈ ਗਿਆ ਅਤੇ ਇਸ ਤੋਂ ਬਾਅਦ ਗੱਲਬਾਤ ਨਹੀਂ ਚੱਲੇਗੀ। ਸੈਂਟਰ ਹੋਰ ਇਸ ਕਿਸਮ ਦੀਆਂ ਕੋਸ਼ਿਸ਼ਾਂ ਕਰੇਗੀ। ਪਰ ਸਾਡੇ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਦਾ ਜਿਹੜਾ ਲਹਿਜਾ ਹੈ ਜਾਂ ਉਹਨਾਂ ਦਾ ਜਿਸ ਕਿਸਮ ਦੀ ਨੇਚਰ ਹੈਗੀ ਹੈ, ਉਸ ਨੂੰ ਦੇਖ ਕੇ ਲੱਗਦਾ ਕਿ ਉਹ ਛੇਤੀ ਕਿਤੇ ਜਿਹੜੀ ਆਪਣੀ ਹੱਟ ਹੈ ਉਹ ਨਹੀਂ ਛੱਡਣਗੇ। ਪੁਰਾਣੇ ਟਾਈਮਾਂ ਦੇ ਵਿੱਚ ਜਿਸ ਤਰ੍ਹਾਂ ਆਤਿਸ਼ ਹੁੰਦਾ ਸੀਗਾ ਨਾ, ਹਜ਼ਾਰਾਂ ਸਾਲ ਪਹਿਲਾਂ ਜਿਹੜੀ ਪ੍ਰਵਚਨੀ ਪਰੰਪਰਾ ਹੁੰਦੀ ਸੀ ਕਿ ਉਦੋਂ ਸਮਾਜ ਦੇ ਵਿੱਚ ਬਹੁਤ ਸਾਰਾ ਅਗਿਆਨ ਹੁੰਦਾ ਸੀਗਾ, ਅਤੇ ਇੱਕ ਬੰਦਾ ਜਿਹੜਾ ਥੋੜ੍ਹਾ ਸਰਬ ਗਿਆਤਾ ਹੁੰਦਾ ਸੀ, ਜਿਹਨੂੰ ਲੱਗਦਾ ਸੀ ਕਿ ਮੈਨੂੰ ਸਭ ਕੁਝ ਪਤਾ ਹੈਗਾ, ਉਹ ਕਿਸੇ ਉੱਚੀ ਥਾਂ 'ਤੇ ਸੱਜ ਜਾਂਦਾ ਸੀ। ਬਾਕੀ ਸਾਰੀ ਜਿਹੜੀ ਪਬਲਿਕ ਹੈ, ਲੋਕ ਹੈ, ਉਹ ਬੈਠ ਜਾਂਦੇ ਸੀ, ਉਹ ਆਪਣੇ ਪ੍ਰਵਚਨ ਕਰਦਾ ਸੀ ਕਿ ਮੈਨੂੰ ਪਤਾ, ਤੁਹਾਨੂੰ ਕੁਝ ਨਹੀਂ ਪਤਾ। ਪਰ ਅਸੀਂ ਕੋਈ ਉਹ ਪੁਰਾਣੀ ਪਰੰਪਰਾ ਦੇ ਵਿੱਚ ਤਾਂ ਰਹਿ ਨਹੀਂ ਰਹੇ, ਪਰ ਸਾਡੇ ਪ੍ਰਧਾਨ ਮੰਤਰੀ ਉਸੇ ਪਰੰਪਰਾ ਨੂੰ ਮੈਨੂੰ ਲੱਗਦਾ ਕਿ ਮੁੜ ਸੁਰਜੀਤ ਕਰ ਰਹੇ ਨੇ, ਉਸੇ ਰਾਹ 'ਤੇ ਚੱਲ ਰਹੇ ਨੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਮਹੂਰੀਅਤ ਦਾ ਯੁੱਗ ਹੈਗਾ, ਕਿ ਇਸ ਨੂੰ ਤੁਸੀਂ ਵਕਤੀ ਤੌਰ 'ਤੇ ਨੱਪ ਸਕਦੇ ਹੋ, ਪਰ ਤੁਸੀਂ ਪਬਲਿਕ ਓਪੀਨੀਅਨ ਨੂੰ ਕਿਸੇ ਸਟੇਜ 'ਤੇ ਜਾ ਕੇ ਇਗਨੋਰ ਨਹੀਂ ਕੀਤਾ ਜਾ ਸਕਦਾ। ਕਿ ਜਮਹੂਰੀਅਤ ਦਾ ਜਿਹੜਾ ਮੇਨ ਆਧਾਰ ਹੈਗਾ ਆਤਿਸ਼, ਉਹ ਮੇਨ ਸੰਵਾਦ ਹੈ, ਔਰ ਅਗਰ ਤੁਸੀਂ ਸੰਵਾਦ ਦਾ ਅੰਤ ਕਰੋਗੇ, ਸੰਵਾਦ ਦਾ ਅਖੀਰ ਕਰੋਗੇ, ਤਾਂ ਉੱਥੋਂ ਹੀ ਫਿਰ ਤਲਖੀ ਵਾਲਾ ਮਾਹੌਲ ਪੈਦਾ ਹੁੰਦਾ ਹੈ। ਤਾਂ ਇਹ ਸੰਵਾਦ ਹੈ, ਮੈਨੂੰ ਤਾਂ ਇਹ ਲੱਗਦਾ ਪਰਸਨਲੀ ਕਿ ਇਹ ਟੁੱਟਣਾ ਨਹੀਂ ਚਾਹੀਦਾ। ਪਰ ਟੁੱਟਣ ਦਾ ਕਾਰਨ ਹੀ ਕੋਈ ਹੈ ਕਿ ਸਰਕਾਰ ਹੈ ਜੇ ਇਹਦੇ ਪ੍ਰਤੀ ਸੁਹਿਰਦ ਨਹੀਂ, ਉਹ ਮੂਵਮੈਂਟ ਨੂੰ ਹਜੇ ਦੇਖ ਰਹੀ ਹੈ, ਉਹਨੂੰ ਲੱਗ ਰਿਹਾ ਕਿ ਕਿਸਾਨ ਹੈ ਜਿਹੜੇ ਟੁੱਟ ਜਾਣਗੇ। ਪਰ ਹੁਣ ਇਹ ਦੇਖ ਲਓ ਕਿ ਸਾਡੇ ਜਿਵੇਂ ਸੀਜ਼ਨ ਚੱਲ ਰਿਹਾ ਪੈੜੀ ਦਾ, ਇਹਦੇ ਬਾਵਜੂਦ ਸਮੁੱਚੀ ਕਿਸਾਨੀ, ਸਮੁੱਚੇ ਪਰਿਵਾਰ ਹੈ, ਈਵਨ ਮਜ਼ਦੂਰ, ਆੜ੍ਹਤੀਏ, ਸਾਰੇ ਇਕਜੁੱਟ ਹੋ ਕੇ ਸੜਕਾਂ 'ਤੇ ਆਏ ਹੋਏ ਨੇ। ਔਰ ਸਾਡੇ ਪ੍ਰਧਾਨ ਮੰਤਰੀ ਹੈ ਜਿਹੜੇ, ਉਹ ਖਾਸ ਕਰਕੇ ਜਿਸ ਤਰ੍ਹਾਂ ਕਰੋਨਾ ਦਾ ਐਡੀ ਵੱਡੀ ਮਹਾਂਮਾਰੀ ਆਈ, ਕਿਸਾਨਾਂ ਦਾ ਅੰਦੋਲਨ ਐਡਾ ਹੋਇਆ, ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਰਹੇ। ਅਸੀਂ ਤਾਂ ਕਹਿ ਦਿੰਦੇ ਕਿ ਸਾਡੇ ਚੀਫ ਮਿਨਿਸਟਰ ਪੰਜਾਬ ਹੀ ਨਹੀਂ ਨਿਕਲਦੇ, ਪਰ ਉਹ ਤਾਂ ਫਿਰ ਵੀ ਆਪਦੇ ਚਾਹੇ ਸਿਆਸੀ ਲਾਹੇ ਲਈ ਸੀ, 3 ਦਿਨ ਟਰੈਕਟਰ ਕੱਢ ਕੇ ਜਾਏ। ਪਰ ਸਾਡੇ ਪ੍ਰਧਾਨ ਮੰਤਰੀ 23 ਮਾਰਚ ਤੋਂ ਬਾਅਦ ਹੁਣ ਤੱਕ ਪੂਰੇ ਮੁਲਕ ਦੇ ਵਿੱਚ ਸਿਰਫ 3 ਦਫਾ ਘਰੋਂ ਬਾਹਰ ਨਿਕਲੇ ਨੇ। ਇੱਕ ਅਯੁੱਧਿਆ ਗਏ, ਇੱਕ ਲਦਾਖ ਗਏ, ਔਰ ਇੱਕ ਜਦੋਂ ਅਟਲ ਟਨਲ ਦਾ ਜਿਹੜਾ ਇਨੈਗੂਰੇਸ਼ਨ ਹੋਣਾ ਸੀ, ਉਹ 3 ਦਫਾ ਉੱਥੇ ਆਪਣੇ ਘਰ ਤੋਂ ਬਾਹਰ ਨਿਕਲੇ ਆ। ਪਰ ਉਹ ਸਵਾਏ ਇੱਕ ਆਪਣੀ ਜਿਹੜੀ ਰੱਟ ਹੈ ਬਣੀ ਬਣਾਈ ਕਿ ਖੇਤੀ ਕਾਨੂੰਨ ਆ ਜਿਹੜੇ ਹਿਸਟੋਰਿਕ ਹੈ, ਕਿਸਾਨਾਂ ਦੀ ਜ਼ਿੰਦਗੀ ਬਦਲ ਦੇਣਗੇ, ਨਵਾਂ ਰਾਹ ਦਿਖਾਉਣਗੇ, ਉਹ ਉਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ, ਕਿਸਾਨਾਂ ਦੀ ਗੱਲ ਸੁਣਨ ਨੂੰ। ਕਿ ਜਮਹੂਰੀਅਤ ਦੇ ਵਿੱਚ ਤਾਂ ਜਿੰਨਾ ਚਿਰ ਤੁਸੀਂ ਸੁਣੋਗੇ ਨਹੀਂ,
ਇਹ ਤਾਂ ਇੰਟਰੈਕਸ਼ਨ ਨਹੀਂ ਹੋਏਗਾ, ਸੰਵਾਦ ਦੀ ਜਿਹੜੀ ਗੱਲ ਹੈ ਅੱਗੇ ਨਹੀਂ ਤੁਰੇਗੀ। ਪਰ ਜਿਹੜੀ ਹੁਣ ਜੈਸਚਰ ਦਿੱਤਾ ਹੈ ਜਿਸ ਤਰ੍ਹਾਂ ਦਾ ਸੈਂਟਰ ਗਵਰਨਮੈਂਟ ਨੇ, ਇਹ ਤਾਂ ਬਿਲਕੁਲ ਇੱਕ ਪਾਸੜ ਹੈਗਾ। ਉਹ ਤਾਂ ਹਰ ਕੋਈ ਬੱਚਾ ਜਾਣਦਾ ਕਿ ਜੇ ਤੁਸੀਂ ਇਹਨੇ ਇੱਕ ਪਾਸੇ ਤੁਸੀਂ ਤੁਹਾਡੇ 8 ਵਜ਼ੀਰ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਕਨਵਿੰਸ ਕਰਾਉਣ ਤੇ ਲਾ ਦਿੱਤੇ ਨੇ, ਤੁਸੀਂ ਉਹ ਲੋਕਾਂ ਨੂੰ ਦੱਸ ਰਹੇ ਕਿ ਚੰਗਾ। ਦੂਜੀ ਪਾਸੇ ਤੁਸੀਂ ਆਪਣਾ ਇੱਕ ਵਜ਼ੀਰ ਆ ਸਪੇਅਰ ਨਹੀਂ ਕਰ ਸਕੇ ਕਿ ਕਿਸਾਨਾਂ ਨਾਲ ਮੀਟਿੰਗ ਕਰੇ। ਤਾਂ ਇਸ ਤਰ੍ਹਾਂ ਜਮਹੂਰੀਅਤ ਦੇ ਵਿੱਚ ਨਹੀਂ ਚੱਲਦਾ ਹੁੰਦਾ। ਤੇ ਬਾਕੀ ਜਿਸ ਤਰ੍ਹਾਂ ਅਸੀਂ ਅੱਜ ਕਵਰ ਵੀ ਕੀਤਾ ਹੈਗਾ ਕਿ ਜਿਹੜੇ ਸੈਂਟਰ ਦੇ ਜਿਨ੍ਹਾਂ ਨੇ ਇਹ ਕਾਨੂੰਨਾਂ ਲਈ ਰਾਹ ਪੱਧਰਾ ਕੀਤਾ, ਕੈਬਨਿਟ ਹੈ ਸਾਡੀ ਸੈਂਟਰ ਦੀ, ਕਿ ਉਹਦੇ ਟੋਟਲ 24 ਵਜ਼ੀਰ ਹੈ, ਜਿਹਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਆ ਜਿਹੜੇ ਹੁਣ ਬਾਹਰ ਆ ਗਏ ਨੇ। 24 ਦੇ ਵਿੱਚੋਂ 14 ਵਜ਼ੀਰ ਆਤਿਸ਼ ਇਸ ਕਿਸਮ ਦੇ ਹੈਗੇ ਨੇ ਜਿਨ੍ਹਾਂ ਦਾ ਖੇਤੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ, ਉਹਨਾਂ ਕੋਲੇ ਖੇਤੀ ਵਾਲੀ ਜ਼ਮੀਨ ਹੀ ਨਹੀਂ। ਸਾਡੇ ਪ੍ਰਧਾਨ ਮੰਤਰੀ ਹੈ, ਇਹਨਾਂ ਕੋਲੇ ਕੋਈ ਐਗਰੀਕਲਚਰ ਲੈਂਡ ਨਹੀਂ ਹੈਗੀ ਹੈ। ਸਾਡੇ ਐਗਰੀਕਲਚਰ ਮਿਨਿਸਟਰ ਨੇ, ਉਹਨਾਂ ਕੋਲ ਐਗਰੀਕਲਚਰ ਵਾਲੀ ਕੋਈ ਲੈਂਡ ਨਹੀਂ। ਤੀਸਰਾ ਆ ਜਾਂਦਾ ਜਿਹੜੇ ਆਪਣੇ ਜਲ ਸ਼ਕਤੀ ਦੇ ਮਿਨਿਸਟਰ ਨੇ, ਜਿਹੜੇ ਕਿਸਾਨੀ ਨਾਲ ਸਿੱਧੇ ਤੌਰ ਤੇ ਜੁੜੇ ਹੁੰਦੇ ਨੇ, ਉਹਨਾਂ ਕੋਲੇ ਵੀ ਓਰਾ ਜ਼ਮੀਨ ਦਾ ਹੈ ਨਹੀਂ। ਤਾਂ ਲੋਕਾਂ ਦੇ ਵਿੱਚ ਤਾਂ ਟਿੱਚਰਾਂ ਬੜੀਆਂ ਹੁੰਦੀਆਂ ਨੇ ਇਸ ਗੱਲ ਦੀਆਂ ਕਿ ਗਮਲਿਆਂ 'ਚ ਮੂਲੀਆਂ ਲਾਉਣ ਵਾਲੇ ਜਿਹੜੇ ਹੈਗੇ ਨੇ ਉਹ ਲੋਕਾਂ ਲਈ ਖੇਤੀ ਕਾਨੂੰਨ ਬਣਾ ਰਹੇ ਨੇ, ਲੋਕਾਂ ਨੂੰ ਖੇਤੀ ਬਾਰੇ ਕਿਸਾਨਾਂ ਨੂੰ ਸਮਝਾ ਰਹੇ ਨੇ, ਜਿਨ੍ਹਾਂ ਨੇ ਪਿਓ ਦਾਦਿਆਂ ਨੇ ਸਾਰੀਆਂ ਉਮਰਾਂ ਆਪਣੇ ਖੇਤਾਂ ਦੇ ਵਿੱਚ ਗੁਜ਼ਾਰ ਦਿੱਤੀਆਂ। ਤਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸੈਂਟਰ ਦਾ ਜਿਹੜਾ ਹੱਠ ਨਹੀਂ ਚੱਲੇਗਾ। ਸੈਂਟਰ ਨੂੰ ਜਿਹੜਾ ਲੋਕਾਂ ਦਾ ਜਿਹੜਾ ਪੰਜਾਬ ਦਾ ਸਬਰ ਹੈ ਜਿਹੜਾ ਉਹ ਪਰਖਣਾ ਨਹੀਂ ਚਾਹੀਦਾ, ਕਿਉਂਕਿ ਜੇ ਪਰਖੇਗੀ ਤਾਂ ਇਹਦੇ ਰਿਜ਼ਲਟ ਕੁਝ ਹੋਰ ਵੀ ਨਿਕਲ ਸਕਦੇ ਨੇ। ਚਰਨਜੀਤ, ਜਿਵੇਂ ਹੁਣ ਤੁਸੀਂ ਸ਼ੁਰੂ ਦੇ ਵਿੱਚ ਹੀ ਦੱਸਿਆ ਵੀ ਕਿ ਕੇਂਦਰ ਸਰਕਾਰ ਨੇ ਆਪਣੇ 8 ਵਜ਼ੀਰਾਂ ਦੀ ਡਿਊਟੀ ਪੰਜਾਬ 'ਚ ਲਾ ਦਿੱਤੀ ਹੈ, ਜਿਹੜੇ ਕਿ ਕਿਸਾਨਾਂ ਨੂੰ ਦੱਸ ਰਹੇ ਨੇ ਵੀ ਕਿ ਇਹ ਖੇਤੀ ਕਾਨੂੰਨ ਜਿਹੜੇ ਹੈਗੇ ਕਿਸਾਨਾਂ ਲਈ ਲਾਹੇਵੰਦ ਨੇ। ਉਹਨਾਂ ਦੀ ਫਸਲਾਂ ਜਿਹੜੀਆਂ ਹੈਗੀਆਂ ਮੰਡੀ ਦੇ ਵਿੱਚ MSP ਤੇ ਉਹੀ ਪ੍ਰੋਪਰ ਭਾਅ 'ਤੇ ਜਿਹੜੀਆਂ ਹੈਗੀਆਂ ਵਿਕਣਗੀਆਂ। ਜੇ ਵੀ ਕਿ ਇਹਦਾ ਅਸਲ ਕੱਚ ਸੱਚ ਕੀ ਹੈ, ਵੀ ਕਿ ਵਾਕਈ ਜਿਹੜੀ ਕੇਂਦਰ ਸਰਕਾਰ ਇਹ ਗੱਲਾਂ ਕਰ ਰਹੀ ਹੈ ਉਹ ਸਹੀ ਨੇ? ਦੇਖੋ, ਖੇਤੀ ਕਾਨੂੰਨਾਂ ਦੇ ਜਦੋਂ ਅਸਰ ਨੇ ਆਉਣੇ ਆ ਸਾਹਮਣੇ, ਜਿਸ ਤਰ੍ਹਾਂ ਕਿਸਾਨ ਧਿਰਾਂ ਕਹਿੰਦੀਆਂ ਕਿ ਹਾਲੇ ਨਹੀਂ 2 ਸਾਲਾਂ ਨੂੰ ਸਾਹਮਣੇ ਆਉਣਗੇ। ਮੈਂ ਕਿਹਾ 2 ਸਾਲਾਂ ਨੂੰ ਕਿ ਤਾਂ ਅੱਜ ਵੀ ਸਾਡੇ ਸਾਹਮਣੇ ਆ ਚੁੱਕੇ ਨੇ। ਮੋਦੀ ਸਾਹਿਬ ਚੋਣਾਂ ਵੇਲੇ ਬਠਿੰਡਾ ਆਏ, ਮਲੋਟ ਆਏ, ਉਹ ਕਾਟਨ ਬੈਲਟ ਹੈ। ਇਹਨਾਂ ਨੇ ਇੱਕ ਗੱਲ ਦੁਹਰਾਈ ਕਿ ਅਸੀਂ ਨਰਮਾ ਹੈ ਜਿਹੜਾ ਉਹ ਨਰਮ ਨਹੀਂ ਪੈਣ ਦਿਆਂਗੇ। ਪਰ ਨਰਮਾ ਨਰਮ ਹੀ ਨਹੀਂ, ਨਰਮਾ ਤਾਂ ਪੋਲਾ ਵੀ ਪੈ ਗਿਆ। ਅੱਜ ਤੱਕ ਪੰਜਾਬ ਦੇ ਵਿੱਚ 2,41,000 ਜਿਹੜੀ ਕੁਇੰਟਲ ਹੈ ਉਹ ਨਰਮੇ ਦੀ ਫਸਲ ਹੈ ਜਿਹੜੀ ਉਹ ਵਿਕੀ ਹੈਗੀ ਹੈ, ਜਿਹਦੇ ਵਿੱਚੋਂ ਆਤਿਸ਼ 80% ਜਿਹੜਾ ਨਰਮਾ ਹੈਗਾ ਨਾ ਉਹ ਬਿਲੋ MSP ਵਿਕਿਆ ਹੈਗਾ। ਔਰ ਤਕਰੀਬਨ ਹੁਣ ਤੱਕ ਪੰਜਾਬ ਦੇ ਕਿਸਾਨ ਘੱਟ ਕੀਮਤ ਤੇ ਨਰਮਾ ਵੇਚ ਕੇ ਤਕਰੀਬਨ 30 ਕਰੋੜ ਦਾ ਜਿਹੜਾ ਲਾਸ ਹੈ ਪੰਜਾਬ ਦੇ ਫਾਰਮਰ ਦਾ ਹੋ ਚੁੱਕਾ ਹੈ। ਔਰ ਜਿਹੜੀ CCI ਹੈ, ਜਿਹਨੂੰ ਭਾਰਤੀ ਕਪਾਹ ਨਿਗਮ ਕਹਿੰਦੇ ਆ, ਉਹ ਮਾਰਕੀਟ 'ਚ ਤਾਂ ਆ ਗਈ 5 ਤਰੀਕ ਤੋਂ। ਔਰ ਉਹ ਕਲੇਮ ਵੀ ਕਰਦੇ ਨੇ ਕਿ ਅਸੀਂ 80,000 ਕੁਇੰਟਲ ਜਿਹੜਾ ਨਰਮਾ ਪਰਚੇਜ਼ ਕਰ ਲਿਆ ਪੰਜਾਬ ਦੀ ਮਾਰਕੀਟ 'ਚੋਂ। ਜਿਹੜਾ ਹਾਰਡਲੀ ਟੋਟਲ ਦਾ ਦੇਖੀਏ ਤਾਂ ਸਿਰਫ 25 ਜਾਂ 26% ਬਣਦਾ ਹੈ ਪਰਚੇਜ਼ ਹੈ। ਤੇ ਇੱਕ ਬੜਾ ਸਾਡੇ ਫਾਰਮਰ ਨੂੰ ਤਾਂ ਖੈਰ ਹੋ ਸਕਦਾ ਨਾ ਭੁਲੇਖਾ ਹੋਵੇ, ਆਮ ਇੱਕ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਜਿਹੜੀ ਭਾਰਤੀ ਕਪਾਹ ਨਿਗਮ ਹੈ ਇਹ ਸਰਕਾਰੀ ਭਾਅ 'ਤੇ ਨਰਮਾ ਖਰੀਦਦੀ ਹੈ, ਪਰ ਇਹ ਬਿਲਕੁਲ ਉਲਟ ਹੋ ਰਿਹਾ ਹੈ। ਤੁਸੀਂ ਕਾਟਨ ਬੈਲਟ ਦੀ ਕਿਸੇ ਮੰਡੀ, 19 ਮੰਡੀਆਂ ਨੇ, ਕਪਾਹ ਮੰਡੀਆਂ ਨੇ, ਕਿਸੇ ਵੀ ਮੰਡੀ ਚਲੇ ਜਾਓ, ਕਿਸੇ ਆੜ੍ਹਤੀ ਨੂੰ ਪੁੱਛ ਲਓ, ਕਿਸੇ ਕਿਸਾਨ ਨੂੰ ਪੁੱਛ ਲਓ, ਇੱਕ ਨਵਾਂ ਕਿਸਮ ਦਾ ਇੱਕ ਹੋਰ ਕਿਸਾਨਾਂ ਦੀ ਲੁੱਟ ਚੱਲ ਰਹੀ ਹੈ CCI ਦੁਆਰਾ। CCI ਕਹਿ ਰਹੀ ਹੈ ਕਿ ਅਸੀਂ 8% ਤੋਂ ਲੈ ਕੇ 12% ਜਿਹੜਾ ਨਵੀਂ ਵਾਲਾ ਨਰਮਾ ਹੈ ਉਹ ਪਰਚੇਜ਼ ਕਰਾਂਗੇ। ਆਮ ਇਹੀ ਬਣਿਆ ਕਿ ਜੀ ਉਹਦਾ ਜਿਹੜਾ 5725 ਰੁਪਏ ਸਰਕਾਰੀ MSP ਹੈ, ਭਾਅ ਹੈ, ਉਹ CCI ਦੇਵੇਗੀ। ਪਰ CCI ਨੇ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਤਾਂ ਤੁਹਾਡਾ 8% ਮੋਇਸਚਰ ਵਾਲਾ ਨਰਮਾ ਹੈਗਾ ਫਿਰ ਤਾਂ ਤੁਹਾਨੂੰ ਮਿਲੇਗਾ 5725। ਜੇ ਤੁਹਾਡਾ 12% ਵਾਲਾ ਨਰਮਾ ਹੈਗਾ ਫਿਰ ਉਹਦੇ 'ਚ 226 ਰੁਪਏ ਪ੍ਰਤੀ ਕੁਇੰਟਲ ਦਾ ਕੱਟ ਲੱਗ ਰਿਹਾ ਹੈ। ਔਰ ਇਹ ਕਿਸੇ ਦੇ ਯਾਦ ਚੇਤੇ ਨਹੀਂ, ਔਰ ਕਿਸਾਨ ਵੀ ਹੋ ਸਕਦਾ ਇਸ ਗੱਲ 'ਚੋਂ ਭੁਲੇਖੇ 'ਚ ਹੋਣ। ਤਾਂ ਮਤਲਬ 4% ਦਾ ਸਿੱਧਾ ਹੀ ਸਲੈਬ ਬਣਾ ਦਿੱਤੇ ਨੇ ਕਿ ਤੁਹਾਡਾ ਨਰਮੇ 'ਤੇ ਇੰਨਾ 52 55 ਰੁਪਏ ਪ੍ਰਤੀ ਇੱਕ ਦਰ ਪਿੱਛੇ ਉਹ ਕੱਟ ਲੱਗੀ ਜਾਏਗਾ। ਤੇ ਉਸ ਤੋਂ ਬਾਅਦ ਤਾਂ ਲੈਂਦੀ ਹੀ ਨਹੀਂ ਫਿਰ ਬਹੁਤਾ ਨਰਮਾ ਤਾਂ ਮੰਡੀਆਂ ਦੇ ਵਿੱਚ, ਕਿਉਂਕਿ ਹੁਣ ਪਹਿਲੀ ਜਿਹੜੀ ਚੁਗਾਈ ਦਾ ਨਰਮਾ ਮੰਡੀਆਂ 'ਚ ਆ ਰਿਹਾ ਇਸ ਵੇਲੇ। ਤਾਂ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਇਹਦੀ ਜਿਹੜੀ ਨਮੀ ਹੈ ਉਹ 20% ਦੇ ਕਰੀਬ ਹੈ। ਇਕੱਲਾ ਕਾਟਨ ਦੀ ਨਹੀਂ ਆਪਾਂ ਗੱਲ ਕਰਦੇ, ਇਹ ਤੋਂ ਬਿਨਾਂ ਜਿਹੜੀ ਕਣਕ ਦੀ ਫਸਲ ਮੰਡੀਆਂ 'ਚ ਚਾਹੇ ਵੱਡੀਆਂ ਢੇਰੀਆਂ ਨਹੀਂ ਆ ਰਹੀਆਂ, ਜਿਨ੍ਹਾਂ ਕੋਲੇ ਕੋਈ ਸਟੋਰ ਕਰਕੇ ਰੱਖੀ ਹੋਈ ਸੀ, ਮਾਰਕੀਟ 'ਚ ਆਇਆ, ਉਸ ਦਾ ਜਿਹੜਾ ਭਾਅ ਹੈ ਉਹ 1925 ਰੁਪਏ ਹੈ ਜਿਹੜਾ MSP ਹੈ। ਪਰ ਕਿਸਾਨਾਂ ਨੂੰ ਕੀ ਮਿਲ ਰਿਹਾ ਹੈ? 1700 ਰੁਪਇਆ। ਇੱਕ ਨਵੀਂ ਪਿਛਲੇ ਦਿਨਾਂ 'ਚ 2-3 ਦਿਨਾਂ ਤੋਂ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਕਿ ਦੂਸਰੀਆਂ ਸਟੇਟਾਂ ਦੀਆਂ ਮੰਡੀਆਂ 'ਚੋਂ ਜਿਹੜੀ ਵਪਾਰੀ ਲੋਕ ਹੈ, ਜਿਹੜੇ ਬ੍ਰੋਕਰ ਨੇ, ਜਿਹੜੇ ਕਾਰੋਬਾਰ ਕਰਦੇ ਨੇ ਕੋਈ, ਤਾਂ ਉਹ ਟਰੱਕ ਭਰ ਕੇ ਪੰਜਾਬ ਦੀਆਂ ਮੰਡੀਆਂ 'ਚ ਫਸਲ ਲਿਆਉਣੀ ਸ਼ੁਰੂ ਕਰ ਦਿੱਤੀ ਹੈ।
ਮੰਡੀ ਬੋਰਡ ਨੂੰ ਪਿਛਲੇ ਦਿਨਾਂ 'ਚ ਉਹਨਾਂ ਸੈਕਟਰੀਆਂ ਨੂੰ ਇਹ ਲੈਟਰ ਜਾਰੀ ਕਰਨਾ ਪਿਆ ਕਿ ਜੇ ਦੂਸਰੀਆਂ ਸਟੇਟਾਂ 'ਚੋਂ ਜਿਹੜੀ ਫਸਲ ਆਏਗੀ ਨਾ ਪੈਡੀ ਦੀ, ਉਹਨੂੰ ਅਸੀਂ ਢੇਰੀ ਨਹੀਂ ਕਰਨ ਦੇਵਾਂਗੇ, ਕਿਉਂਕਿ ਉੱਥੇ ਆਲਰੇਡੀ ਜਿਵੇਂ ਆਪਾਂ ਬਿਹਾਰ ਦੀ ਗੱਲ ਕਰਦੇ ਹਾਂ ਜਾਂ ਜਿੱਥੇ ਨਹੀਂ ਹੈਗਾ ਮੱਕੀ ਹੈ, ਜਾਂ ਇਸ ਹੁਸ਼ਿਆਰਪੁਰ ਵਾਲੀ ਸਾਡੇ ਸਾਹਮਣੇ ਹੈ ਮਿਸਾਲ ਹੈ ਜਿਹੜੀ ਕਿ ਸਸਤੇ ਭਾਅ 'ਤੇ ਉਹਨਾਂ ਨੂੰ ਲੱਗਦਾ ਕਿ ਵਪਾਰੀ ਲੋਕਾਂ ਨੂੰ ਕਿ ਇੱਥੇ ਜਿਹੜਾ ਪੈਡੀ ਹੈ ਉਹ MSP 'ਤੇ ਵਿਕਦੀ ਹੈ ਅਤੇ ਅਸੀਂ ਆਪਾਂ ਇਹਦੇ ਵਿੱਚੋਂ ਆਪਣੇ ਹੱਥ ਹੈ ਜਿਹੜੇ ਉਹ ਰੰਗ ਲਈਏ। ਤਾਂ ਇਵੇਂ ਜਿਵੇਂ ਜਿਹੜੇ ਕਿਸਾਨ ਹੋਰ ਜਿਹੜੇ ਜੁਮਲੇ ਸਾਡਾ ਪ੍ਰਧਾਨ ਮੰਤਰੀ ਸੁਣਾਉਂਦਾ ਰਹਿੰਦਾ ਹੈ ਜਾਂ ਕਲੇਮ ਕਰਦਾ ਰਹਿੰਦਾ, ਜਿਹੜਾ ਜਿਸ ਤਰ੍ਹਾਂ ਕਿਸਾਨ ਸਨਮਾਨ ਨਿਧੀ ਯੋਜਨਾ ਹੈਗੀ ਹੈ, ਉਹਦੇ ਵਿੱਚੋਂ ਇਕੱਲਾ ਪੰਜਾਬ ਇੱਕ ਇਹੋ ਜਿਹਾ ਸਟੇਟ ਹੈ ਕਿ ਜਿਹਦੇ 20 ਤੋਂ 22% ਕਿਸਾਨਾਂ ਨੂੰ ਹਜੇ ਤੱਕ ਜਿਹੜਾ ਉਹ ਪੈਸਾ ਹੈਗਾ 2 ਕਿਸ਼ਤਾਂ ਚਾਲੂ ਮਾਲੀ ਸਾਲ ਦੀਆਂ ਉਹ ਅਜੇ ਤੱਕ ਨਹੀਂ ਮਿਲੀਆਂ। ਕਿਸੇ ਸਟੇਟ 'ਚ ਨਹੀਂ, ਯੂਪੀ ਲੈ ਲਓ, MP ਲੈ ਲਓ, ਸਾਰਿਆਂ ਨੂੰ ਜਿਹੜੇ ਕਿਸੇ ਦੇ 8% ਕਿਸਾਨ ਰਹਿੰਦੇ ਨੇ, ਅਜੇ 7% ਰਹਿੰਦੇ ਨੇ, 5% ਰਹਿੰਦੇ ਆ। ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਹਦੇ 20 ਤੋਂ 22% ਕਿਸਾਨਾਂ ਨੂੰ ਉਹਦੀਆਂ 2 ਕਿਸ਼ਤਾਂ ਹਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੀਆਂ 2-2 ਹਜ਼ਾਰ ਰੂਪ ਦੇ ਪੈਣੀਆਂ ਸੀਗੀਆਂ ਉਹ ਅਜੇ ਤੱਕ ਪਈਆਂ ਨਹੀਂ। ਹਾਲਾਂਕਿ ਸਾਡੀ ਐਗਰੀਕਲਚਰ ਦੀ ਜਿਹੜੀ ਮਾਰਕੀਟ ਹੈ ਉਹ ਬਹੁਤ ਵੱਡੀ ਹੈ ਔਰ ਵੱਡੀ ਪੱਧਰ 'ਤੇ ਸਾਡਾ ਜਿਹੜਾ ਫਸਲ ਹੈ ਜਾਂ ਸਾਡੇ ਪ੍ਰੋਡਕਟਸ ਹੈ, ਮੋਟਾ ਮੈਂ ਇੱਕ ਅੰਦਾਜ਼ਾ ਦੇਖ ਰਿਹਾ ਸੀ ਕਿ 95,000 ਕਰੋੜ ਰੁਪਇਆ ਸਾਲਾਨਾ ਦੇ ਜਿਹੜੇ ਸਾਡੇ ਪ੍ਰੋਡਕਟ ਹੈ ਉਹ ਐਕਸਪੋਰਟ ਹੁੰਦੇ ਨੇ। ਤਾਂ ਇਹ ਸਿਰਫ ਅੰਨਦਾਤੇ ਦੀ ਬਦੌਲਤ ਹੈ ਅੱਜ ਜੀ। ਚਰਨਜੀਤ ਜੀ, ਜਿਵੇਂ ਹੁਣ ਤੁਸੀਂ ਦੱਸਿਆ ਹੈ, ਅਸੀਂ ਦੇਖ ਵੀ ਰਹੇ ਹਾਂ, ਆਪਾਂ ਕਵਰ ਵੀ ਕਰ ਰਹੇ ਹਾਂ ਕਿ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀਗਾ ਅੱਜ ਉਸ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਵੀ ਕੋਈ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੋਈ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ, ਕੋਈ ਗੱਲਬਾਤ ਹੋਈ ਨਹੀਂ। ਅਤੇ ਅੱਜ ਜੇ ਪਹਿਲੀ ਮੀਟਿੰਗ ਹੋਈ ਵੀ ਉਹ ਬੇਸਿੱਟਾ ਰਹੀ ਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਸੰਘਰਸ਼ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਮੋੜਾ ਲੈ ਸਕਦਾ ਹੈ, ਅਤੇ ਇਸ ਸੰਘਰਸ਼ ਨੂੰ ਦੇਖਦੇ ਹੋਏ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਰੁਖ ਕੀ ਹੋਵੇਗਾ? ਆਤਿਸ਼ ਇਹ ਹੈ ਕਿ ਪੰਜਾਬ ਗੌਰਮੈਂਟ ਲਈ ਵੀ ਹੁਣ ਨੌਬਤ ਬਣੇਗੀ। ਜਿਸ ਤਰ੍ਹਾਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਅਤੇ ਉਹਦੇ ਵਿੱਚ ਇਹ ਸੰਭਾਵਨਾ ਹੈ ਕਿ ਜਿਹੜਾ ਇਜਲਾਸ ਹੈ ਵਿਧਾਨ ਸਭਾ ਦਾ ਉਹ ਬੁਲਾ ਲਿਆ ਜਾਏਗਾ। ਮਤਲਬ ਕਿਹਾ ਜਾ ਰਿਹਾ ਕਿ ਸ਼ਾਇਦ 19 ਤਰੀਕ ਦਾ ਇਜਲਾਸ ਇਹ ਹੋ ਸਕਦਾ ਹੈਗਾ, ਕਿਉਂਕਿ ਸਰਕਾਰ ਜਿਹੜੀ ਟਾਲ ਮਟੋਲ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਅਸੀਂ ਪੱਕੇ ਪੈਰੀ ਕਾਨੂੰਨੀ ਦਾਅ ਪੇਚਾਂ ਤੋਂ ਦੇਖ ਰਹੇ ਸੀ ਕਿ ਕੱਲ੍ਹ ਨੂੰ ਜਿਸ ਨੂੰ ਕੋਰਟ ਦੇ ਵਿੱਚ ਚੈਲੰਜ ਨਾ ਹੋ ਸਕੇ, ਇਸ ਕਿਸਮ ਦਾ ਕੋਈ ਵਿਧੀ ਵਿਧਾਨ ਉਹ ਰੈਜੂਲੇਸ਼ਨ ਹੈ ਜਿਹੜਾ ਲਿਆਉਣਾ ਚਾਹੁੰਦੀ ਸੀ ਪੰਜਾਬ ਸਰਕਾਰ। ਔਰ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਸੀ ਕਿ ਤੁਸੀਂ ਆਪਣੇ ਵਾਅਦੇ ਤੋਂ ਭੱਜ ਰਹੇ ਹੋ ਚੀਫ ਮਿਨਿਸਟਰ ਨੂੰ, ਠੀਕ ਹੈ, ਵਿਰੋਧੀ ਧਿਰਾਂ ਵੀ ਕਹਿ ਰਹੀਆਂ ਸੀ। ਪਰ ਹੁਣ ਇਹ ਦੇਰੀ ਨਹੀਂ ਕਰਨਗੇ ਮੈਨੂੰ ਲੱਗਦਾ, ਕਿਉਂਕਿ ਇੱਕ ਪ੍ਰੈਸ਼ਰ ਬਿਲਡ ਹੋਏਗਾ। ਅਤੇ ਇਸ ਤੋਂ ਬਿਨਾਂ ਮੈਨੂੰ ਇਹ ਵੀ ਲੱਗਦਾ ਹੈ ਕਿ ਕਿਸੇ ਸਟੇਜ 'ਤੇ ਜਾ ਕੇ ਇਸ ਕਿਸਮ ਦਾ ਮਾਹੌਲ ਵੀ ਪੰਜਾਬ 'ਚ ਬਣ ਸਕਦਾ ਹੈ ਕਿ ਇਹ ਤਾਂ ਪੋਲੀਟੀਕਲੀ ਵੀ ਇੱਦਾਂ ਦਾ ਦਬਾਅ ਬਣਾ ਸਕਦੀ ਹੈ ਕਿਸਾਨ ਅੰਦੋਲਨ ਜਾਂ ਕਿਸਾਨ, ਕਿ ਇਹਨਾਂ ਨੂੰ ਕਹਿਣ ਕਿ ਜੀ ਤੁਸੀਂ ਆਪਣੀ MPਸ਼ਿਪ ਛੱਡੋ, ਆਪਣੇ ਜਿਹੜੇ ਅਹੁਦਿਆਂ ਤੋਂ ਅਸਤੀਫੇ ਦਿਓ। ਇਸ ਕਿਸਮ ਦਾ ਵੀ ਮਾਹੌਲ ਲੇਟਰ ਔਨ ਬਣ ਸਕਦਾ ਹੈਗਾ। ਦੂਸਰਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਦਾ ਅਖਾੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਹੋਏਗਾ, ਕਿਉਂਕਿ ਕਿਸਾਨ ਧਿਰਾਂ ਇੱਕ ਗੱਲ 'ਚ ਸਫਲ ਰਹੀਆਂ ਨੇ ਕਿ ਉਹਨਾਂ ਨੇ ਸੈਂਟਰ ਨੂੰ ਬੁਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈਗਾ, ਠੀਕ ਹੈ। ਇਹਦਾ ਇੱਕ ਮੈਸੇਜ ਹੈ ਜਿਹੜਾ ਕਿਸਾਨੀ 'ਚ ਜਾਏਗਾ, ਕਿਸਾਨਾਂ 'ਚ ਆਲਰੇਡੀ ਰੋਹ ਹੈ। ਦੂਸਰਾ ਲੱਗੇਗਾ ਕਿ ਤੁਸੀਂ ਚਤਰਾਈਆਂ ਕਰ ਰਹੇ ਹੋ, ਸੈਂਟਰ ਦੀ ਇੱਕ ਚਤਰਾਈ ਹੈਗੀ ਹੈ ਕਿਸਾਨਾਂ ਨੂੰ ਧੋਖਾ ਦੇਣ ਵਾਲੀ। ਇਹਦੇ ਨਾਲ ਜਿਹੜਾ ਸੰਘਰਸ਼ੀ ਰੋਹ ਹੈ ਉਹ ਹੋਰ ਪ੍ਰਚੰਡ ਹੋਏਗਾ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਨੂੰ ਮੀਟਿੰਗ ਕਾਲ ਕੀਤੀ ਹੈ, ਜਿਹੜੀਆਂ 29 ਕਿਸਾਨ ਜਥੇਬੰਦੀਆਂ ਨੇ, ਉਹਦੇ ਵਿੱਚ ਇਹ ਪੈਂਤੜਾ ਲਿਆ ਜਾਏਗਾ ਕਿ ਅਗਲੇ ਸੰਘਰਸ਼ ਦੀ ਰੂਪਰੇਖਾ ਕੀ ਹੋਵੇ। ਜਿਸ ਤਰ੍ਹਾਂ ਪੰਜਾਬ ਗੌਰਮੈਂਟ ਕਹਿ ਰਹੀ ਹੈ ਖਾਦ ਦਾ ਇਸ਼ੂ ਹੈ, ਕੋਲੇ ਦਾ ਇਸ਼ੂ ਹੈ, ਉਹਨਾਂ ਦਾ ਅਨਾਜ ਦਾ ਇਸ਼ੂ ਹੈ, ਲੈ ਕੇ ਕਿ ਰੇਲ ਮਾਰਗ ਖਾਲੀ ਕਰਨੇ ਹੈ। ਇਹ ਤਾਂ ਸਾਰਾ ਪੈਂਤੜਾ ਜਾਂ ਰਣਨੀਤੀ ਕੱਲ੍ਹ ਘੜੀ ਜਾਣੀ ਹੈ ਕਿਸਾਨ ਅਗਲਾ ਜਿਹੜਾ ਪ੍ਰੋਗਰਾਮ ਦਿੱਤਾ ਜਾਣਾ ਹੈ। ਪਰ ਮੈਨੂੰ ਇਹ ਮੋਟੇ ਤੌਰ 'ਤੇ ਉੱਭਰ ਕੇ ਗੱਲ ਸਾਹਮਣੇ ਆ ਰਹੀ ਕਿ ਆਉਂਦੇ ਦਿਨਾਂ ਦੇ ਵਿੱਚ ਭਾਜਪਾ ਲਈ ਪੰਜਾਬ ਦੇ ਵਿੱਚ ਘਰਾਂ 'ਚੋਂ ਨਿਕਲਣਾ ਦੁੱਭਰ ਹੋ ਜਾਏਗਾ। ਇਸ ਕਿਸਮ ਦਾ ਮਾਹੌਲ ਹੈ ਜਿਹੜਾ ਪੰਜਾਬ ਦੇ, ਕਿਉਂਕਿ ਪੰਜਾਬ ਹੁਣ ਉਬਲੇਗਾ ਪੂਰੀ ਤਰ੍ਹਾਂ। ਪਰ ਪੰਜਾਬ ਜਿਸ ਤਰ੍ਹਾਂ ਪਹਿਲੇ ਸੰਘਰਸ਼ ਜਦੋਂ ਦਾ ਚੱਲਿਆ, ਵੈਸੇ ਤਾਂ ਅਗਸਤ ਤੋਂ ਸ਼ੁਰੂ ਹੋ ਗਿਆ ਸੀਗਾ, ਜਦੋਂ ਪਹਿਲਾ ਟਰੈਕਟਰ ਮਾਰਚ ਹੋਇਆ ਉਦੋਂ ਹੀ ਕਿਸੇ ਨਾ ਕਿਸੇ ਰੂਪ ਚੱਲ ਰਿਹਾ ਸੀ। ਹੁਣ ਤਾਂ ਵੱਜਵਾਂ ਚੱਲ ਰਿਹਾ 24 ਤਰੀਕ ਤੋਂ। ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਉਹਨਾਂ ਨੇ ਵੀ ਆਪਣਾ ਸੰਘਰਸ਼ ਹੈ ਜਿਹੜਾ ਅੱਗੇ ਰੇਲ ਮਾਰਗ ਹੈ ਜਿਹੜੇ ਉਹ ਵਧਾ ਦਿੱਤਾ ਹੈ। ਆਉਣ ਵਾਲੇ ਦਿਨਾਂ 'ਚ ਜਿਹੜਾ ਮਾਹੌਲ ਹੈ ਤਪੇਗਾ ਔਰ ਪੰਜਾਬ ਹੈ ਜਿਹੜਾ ਹੁਣ ਤੱਕ ਜਾਬਤੇ 'ਚ ਰਿਹਾ ਅਤੇ ਇਹ ਲੱਗਦਾ ਹੈ ਕਿ ਇਹ ਜਾਬਤੇ 'ਚ ਹੀ ਰਹੇਗਾ, ਬਸ਼ਰਤੇ ਕਿ ਸੈਂਟਰ ਕੋਈ ਇਸ ਕਿਸਮ ਦੀ ਚਾਲ ਨਾ ਖੇਡੇ, ਕੋਈ ਇਸ ਕਿਸਮ ਦਾ ਜਾਲ ਨਾ ਸੁੱਟੇ ਕਿ ਕੋਈ ਗਲਤ ਆਨਸਰ ਹੈ ਜਿਹੜੇ ਉਹ ਇਸ ਅੰਦੋਲਨ ਦੇ ਵਿੱਚ ਇੰਟਰ ਹੋ ਜਾਣ। ਵੈਸੇ ਜਿਵੇਂ ਕਿਹਾ ਜਾਂਦਾ ਹੈਗਾ ਕਿ ਜਿਹੜੇ ਬਾਜ ਹੈ ਕਿ ਨਾ ਉਹ ਬਗਲਿਆਂ ਦੀਆਂ ਚੀਕਾਂ ਤੋਂ ਨਹੀਂ ਡਰਦੇ, ਅਤੇ ਨਾਲੇ ਜਿਹੜੇ ਡੂੰਘੀਆਂ ਜੜ੍ਹਾਂ ਵਾਲੇ ਜਿਹੜੇ ਦਰਖਤ ਹੁੰਦੇ ਹੈ ਕਿ ਨਾ ਉਹਨਾਂ ਨੂੰ ਝੱਖੜਾਂ ਦੀ ਬਹੁਤੀ ਪਰਵਾਹ ਨਹੀਂ ਹੁੰਦੀ। ਅਤੇ ਬਾਕੀ ਲੋਹਾਰ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਚੰਗਿਆੜੀਆਂ ਤੋਂ ਕਦੇ ਡਰ ਨਹੀਂ ਲੱਗਦਾ। ਪਰ ਪੰਜਾਬ ਨੂੰ ਫਿਰ ਵੀ ਮੈਂ ਕਹਿਣਾ ਕਿ ਖਬਰਦਾਰ ਰਹਿਣਾ ਚਾਹੀਦਾ ਹੈ
ਚੌਕਸ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਕਦੇ ਸੌਂਦਾ ਨਹੀਂ। ਧੰਨਵਾਦ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।